ਲੜੀਵਾਰ ਕਥਾ ਰਾਗ ਸੂਹੀ ਵਿੱਚ ਸੂਹੀ ਦੀ ਵਾਰ ਦੀ ਆਪ ਜੀ ਸਰਵਣ ਕਰ ਰਹੇ ਹੋ। ਪੌੜੀਆਂ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀਆਂ ਹਨ, ਇਸ ਕਰਕੇ ਤੀਸਰੇ ਪਾਤਸ਼ਾਹ ਦੀ ਵਾਰ ਹੈ। ਸ਼ਲੋਕ ਤੀਸਰੇ ਪਾਤਸ਼ਾਹ ਦੇ ਵੀ ਨੇ ਔਰ ਦੂਜੇ ਪਾਤਸ਼ਾਹ ਦੇ ਵੀ ਨੇ। ਪਹਿਲੇ ਪਾਤਸ਼ਾਹ ਨੇ ਵੀ ਸ਼ਲੋਕ ਉਚਾਰੇ ਹੈ ਵਿੱਚ। तो दूसरे पातशाह जगत गुरु श्री गुरु अंगद देव साहब जी महाराज पावन बचन उचारण कर रहे हैं। सरवण करन तो पहला धन गुरु अंगद देव साहब दे चरनां विच अपनियां हाजरियां लवाओ। आखो जी सतनाम श्री वाहिगुरु साहिब जी। श्लोक महला दूजा। जिना भौ तिन नाहि भौ मुझ भौ निभविया। धन गुरु अंगद देव साहब जी फरमाउंदे ने जिन्हां नूं अपने गुरु दा भौ है ना डर, उन्हां नूं नहीं हुंदा कोई होर भौ किसे दा, ना जम्मा दा, ना जन्म मरण दा, ना विकारां दा। जिहड़े अपने साहिब दे भौ विच ने उन्हां नूं होर कोई भौ नहीं। सतगुरां दा भौ, गुरु साहब दा डर साडे हिरदियां च होना अति जरूरी है। शब्द गुरु गुरु ग्रंथ साहब दा भौ, गुरु पंथ ते गुरु ग्रंथ दा भौ रखना हिरदे च। श्री गुरु ग्रंथ साहब दा और गुरु के पंथ दा। जितना पंथ है सतगुरां दा, समुच्चा पंथ, किसी कदे व्यक्ति विशेष की गल नहीं हो रही, समुच्चे पंथ दा। भौ होना लाजमी है, जरूरी है, अति आवश्यक। क्योंकि जे गुरु दा भौ नहीं तो वह भगती नहीं बन सकती। भौ नहीं भाव पैदा करना ते भाव नहीं भगती बनना। ये तीन भब्बे ने बड़े कमाल दे। भब्बा भाव है ते भब्बा भाव है ते भब्बा भगती भी है। जे पहला हिरदे च गुरु दा भाव होवेगा, डर होवेगा, फिर भाव पैदा होवेगा गुरु नाल ते उही भगती बनेगा। आम करके संसार दे विच असीं जदों भय भीत हुन्ने आ किसी चीज तो, दुनिया दी कोई वस्तु भी कोई भी जीव है जदों डरदा है, भय भीत हुंदा है, परमेश्वर ने संसार दे समस्त जीवां दे शरीरां विच किहो जी खेड पैदा की हुई है। उहदे शरीर चो एकदम एसिड निकलदा उस वक्त। कोई जानवर जदों मारिया जांदा है, उहनूं पता हुंदा भी हुणे मैनूं मारनगे, तां जिस वेले उहनूं मारिया जांदा है ना, एकदम उहदे शरीर चो एक तेजाब एसिड पैदा हुंदा डर करके। असीं जदों किसी प्रकार नाल भौ भीत हुन्ने, एकदम डरदे हां, साडी सुरत रुक जांदी है, भुल जांदे हां कित्थे खड़े हां, की कर रहे हैं। एक दो सकिंटां वास्ते तां 5-10 सकिंटां वास्ते तां जड़ हो जांदे हां ना, फिर 10-15 सकिंटां बाद नॉर्मल जे हुन्ने। जिहड़ा वो उन्ना को समा हुंदा डर वाला, उस टाइम बुद्धि काम करना बंद कर दिंदी है, दिमाग काम करना बंद कर दिंदा।
ਕਿਹੋ ਜਿਹਾ ਐਸਿਡ ਸਰੀਰ ਵਿੱਚੋਂ ਉਸ ਵੇਲੇ ਨਿਕਲਦਾ ਕਿ ਦਿਮਾਗ ਕੰਮ ਨਹੀਂ ਕਰਦਾ। ਪਰ ਜਿਹੜਾ ਗੁਰੂ ਦਾ ਭਉ ਹੈ ਨਾ, ਇਹ ਨਿਰਮਲ ਭਉ ਹੈ। ਜਦੋਂ ਸਤਿਗੁਰਾਂ ਦੇ ਭਉ ਵਿੱਚ ਵਿਚਰੀਏ ਤੇ ਫਿਰ ਦਿਮਾਗ ਕੰਮ ਕਰਨਾ ਸ਼ੁਰੂ ਕਰਦਾ, ਕਿਉਂਕਿ ਇਹ ਨਿਰਮਲ ਭਉ। ਦੁਨਿਆਵੀ ਭਉ ਤੇ ਗੁਰੂ ਦੇ ਭਉ ਵਿੱਚ ਬੜਾ ਫਰਕ ਹੈ। ਆਪਣੇ ਮਾਂ-ਬਾਪ ਦਾ ਜਿਹੜਾ ਅਸੀਂ ਭਉ ਰੱਖਦੇ ਹਾਂ ਉਹ ਅਦਬ ਵਾਲਾ ਹੈ। ਡਰ ਉਹ ਵੀ ਹੈ ਨਾ, ਪਰ ਇੱਕ ਅਦਬ ਦੇ ਵਿੱਚ ਹੈ, ਸਤਿਕਾਰ ਵਿੱਚ ਹੈ। ਗੁਰੂ ਦਾ ਜਿਹੜਾ ਭਉ ਹੈ ਨਾ, ਇਹ ਗੁਰੂ ਦਾ ਅਦਬ ਸਿਖਾਉਂਦਾ ਹੈ, ਡਰ ਸਿਖਾਉਂਦਾ ਕਿ ਸਤਿਕਾਰ ਕਿਵੇਂ ਕਰਨਾ ਸਤਿਗੁਰਾਂ ਦਾ। ਜੇ ਭਉ ਨਹੀਂ ਤੇ ਫਿਰ ਅਸੀਂ ਸਾਹਿਬ ਦੇ ਸਤਿਕਾਰ ਵਿੱਚ ਤਤਪਰ ਨਹੀਂ ਹੋਵਾਂਗੇ। ਭਉ ਹੀ ਹੁੰਦਾ ਨਾ ਸਾਡੇ ਅੰਦਰ। ਮਹਾਰਾਜ ਜੀ ਦੀ ਸਵਾਰੀ ਆ ਰਹੀ ਹੋਵੇ, ਅਸੀਂ ਬੈਠੇ ਹੋਈਏ, ਇੱਕਦਮ ਸਾਡਾ ਧਿਆਨ ਭਾਵੇਂ ਸੱਜੇ ਖੱਬੇ ਹੁੰਦਾ, ਟੱਲ ਖੜਕਦਾ ਹੁੰਦਾ, ਇੱਕਦਮ ਸਾਡਾ ਧਿਆਨ ਜਾਂਦਾ, ਉੱਠ ਕੇ ਖਲੋ ਜਾਂਦੇ ਨਾ। ਇਹ ਭਉ, ਇਹ ਵਿਚਾਰ ਵਾਲਾ ਉਹ ਭਉ ਹੈ, ਡਰ ਕਿ ਸਤਿਗੁਰਾਂ ਦੀ ਸਵਾਰੀ ਆਉਂਦੀ ਹੈ, ਆਪਾਂ ਇੱਕਦਮ ਖਲੋ ਕੇ ਹੱਥ ਜੋੜਨੇ ਆ, ਮੱਥਾ ਟੇਕਦੇ। ਗੱਡੀ ਤੇ ਜਾਂਦਿਆਂ ਗੁਰੂ ਘਰ ਆ ਗਿਆ, ਇੱਕਦਮ ਸਤਿਗੁਰਾਂ ਦੇ ਘਰ ਤੇ ਨਿਗਾਹ ਪਈ, ਇੱਕਦਮ ਗੱਡੀ ਹੌਲੀ ਕਰਨੇ, ਮੱਥਾ ਟੇਕਦੇ। ਗੁਰੂ ਦਾ ਭਉ ਹੈ, ਅਦਬ ਹੈ, ਉਹ ਭਉ ਵਾਲਾ ਅਦਬ ਹੈ। ਜੇ ਭਉ ਨਹੀਂ ਤੇ ਫਿਰ ਅਦਬ ਕਿਵੇਂ ਰੱਖਾਂਗੇ, ਸਤਿਕਾਰ ਕਿਵੇਂ ਰੱਖਾਂਗੇ? ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਇਹ ਬਚਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਨੇ ਕਹੇ ਆਪਣੇ ਸਿੱਖਾਂ ਨੂੰ ਕਿ ਜਿਹੜਾ ਸਤਿਗੁਰਾਂ ਦੀ ਬਾਣੀ ਦਾ ਭਉ ਭੈ ਅਦਬ ਨਹੀਂ ਰੱਖਦਾ, ਉਹ ਸਾਡਾ ਸਿੱਖ ਨਹੀਂ। ਗੁਰਬਾਣੀ ਦਾ ਭਉ ਅਦਬ, ਕਿਤੇ ਦੇਖ ਲਓ ਕੋਈ ਗੁਰਬਾਣੀ ਦੀ ਪੰਕਤੀ ਕਿਸੇ ਕਾਗਜ਼ ਤੇ ਲਿਖੀ ਤੁਹਾਨੂੰ ਡਿੱਗੀ ਦਿਸ ਜੇ, ਚੁੱਕ ਲਓ ਭਾਈ, ਅਦਬ ਨਾਲ ਉਹਦਾ ਸੰਸਕਾਰ ਕਰੋ। ਪਹਿਲੀ ਗੱਲ, ਆ ਜਿਹੜੇ ਵਿਆਹਾਂ ਸ਼ਾਦੀਆਂ ਦੇ ਕਾਰਡ ਛਪਾਉਂਦੇ ਆ ਜਾਂ ਹੋਰ ਕੁਝ, ਉਹਦੇ ਤੇ ਲਿਖਣ ਦੀ ਲੋੜ ਹੀ ਨਹੀਂ ਗੁਰਬਾਣੀ। ਉਹਨਾਂ ਦੀ ਵੀ ਬੇਅਦਬੀ ਹੁੰਦੀ ਹੈ ਨਾ, ਫਿਰ ਬੇਅਦਬ ਹੁੰਦਾ ਹੀ ਹੈ। ਉੱਤੇ ਕੁਝ ਹੋਰ ਲਿਖਿਆ ਜਾ ਸਕਦਾ, ਬਹੁਤ ਕੁਝ ਲਿਖਣ ਵਾਸਤੇ। ਇਸ ਕਰਕੇ ਗੁਰਬਾਣੀ ਦਾ ਅਦਬ ਅਸੀਂ ਰੱਖਣਾ ਪਹਿਲਾਂ ਆਪ, ਫਿਰ ਅੱਗੇ ਦੂਜਿਆਂ ਨੂੰ ਸਿਖਾਉਣਾ। ਸਤਿਗੁਰਾਂ ਦਾ ਭੈ, ਸਤਿਗੁਰਾਂ ਦਾ ਅਦਬ। ਨਿਤਨੇਮ ਦੀ ਪੋਥੀ ਦਾ ਜਾਪ ਕਰ ਰਹੇ ਹੋ, ਪਾਠ ਕਰ ਰਹੇ ਹੋ, ਉਦੋਂ ਵੀ ਖਿਆਲ ਰੱਖਣਾ ਕਿ ਪੈਰ ਨੂੰ ਹੱਥ ਨਹੀਂ ਲਾਉਣਾ, ਕਿ ਇੱਕ ਹੱਥ ਨਾਲ ਪੈਰ ਫੜਿਆ ਹੁੰਦਾ ਕਈਆਂ ਨੇ ਤੇ ਇੱਕ ਹੱਥ 'ਚ ਗੁਟਕਾ ਸਾਹਿਬ ਫੜਿਆ ਹੁੰਦਾ, ਉਹੀ ਹੱਥ ਫਿਰ ਮਹਾਰਾਜ ਜੀ ਦੇ ਪੋਥੀ ਨੂੰ। ਇਹ ਅਕਸਰ ਤੁਸੀਂ ਵੇਖੋਗੇ ਇਹ ਵਰਤਾਰਾ। ਮਹਾਰਾਜ ਜੀ ਦੀ ਪੋਥੀ ਨੂੰ ਏਦਾਂ ਸਮਝਦੇ ਜਿਵੇਂ ਕੋਈ ਆਮ ਸਧਾਰਨ ਕਿਤਾਬ ਹੁੰਦੀ ਹੈ। ਜਿਹੜੇ ਟੇਬਲ ਤੇ ਰੋਟੀ ਖਾਣੀ ਹੈ ਬਹਿ ਕੇ ਉੱਥੇ ਗੁਟਕਾ ਰੱਖ ਦੇਣਗੇ, ਨਾਲ ਹੀ ਲੰਗਰ ਛਕਣ ਲੱਗ ਪੈਣਗੇ। ਅਦਬ ਰੱਖਣਾ, ਗੁਰਬਾਣੀ ਦਾ ਸਤਿਕਾਰ ਰੱਖਣਾ, ਯਤਨ ਕਰਨਾ। ਹਾਂ ਕਿਤੇ ਭੁੱਲ ਚੁੱਕ ਸਹਿਤ, ਕਿਤੇ ਕੁਝ ਸੁਭਾਵਕ ਘਟਨਾ ਘਟ ਜੇ, ਗੱਲ ਵੱਖਰੀ, ਅਣਜਾਣ ਪੁਣੇ 'ਚ, ਪਰ ਏਦਾਂ ਦੀ ਆਦਤ ਨਹੀਂ ਬਣਾਉਣੀ ਕਿ ਜ਼ੁਬਾਨ ਦੇ ਨਾਲ ਉਂਗਲ ਲਾ ਕੇ ਨਾ ਕਈ ਪੇਜ ਪਲਟਦੇ ਵੇਖੇ ਜਾਂਦੇ ਆ ਮਹਾਰਾਜ ਜੀ ਦੀਆਂ ਪੋਥੀਆਂ ਦੀ। ਆਦਤ ਹੁੰਦੀ ਹੈ ਨਾ ਕਈਆਂ ਨੂੰ, ਕਈਆਂ ਨੇ ਪੈਸੇ ਵੀ ਗਿਣਨੇ ਹੁੰਦੇ, ਉਹ ਭਾਵੇਂ ਠੀਕ ਹੋਣ ਫਿਰ ਵੀ ਥੁੱਕ ਲਾ ਲਾ ਕੇ ਗਿਣਦੇ ਆ, ਸੁਭਾਵ ਬਣਿਆ ਹੁੰਦਾ। ਤੋ ਇਸ ਕਰਕੇ ਭਾਈ ਗੁਰੂ ਸਾਹਿਬ ਦਾ ਭਉ, ਬਾਣੀ ਦਾ ਭਉ, ਸਤਿਗੁਰੂ ਜੀ ਕਹਿੰਦੇ ਐਸਾ ਭਉ ਹੈ ਜਿਹਦੇ ਨਾਲ ਬਾਕੀ ਸਾਰੇ ਭਉ ਖਤਮ ਹੋ ਜਾਂਦੇ। ਤੇ ਜਿਹੜੇ ਸਤਿਗੁਰਾਂ ਦੇ ਭਉ ਵਿੱਚ ਨਹੀਂ ਰਹਿੰਦੇ
ਉਹਨਾਂ ਨੂੰ ਬਾਕੀ ਸਾਰੇ ਡਰ ਆ ਕੇ ਘੇਰ ਲੈਂਦੇ ਆ। ਮੁੱਚ ਭਉ ਨਿਭ ਵਿਆਹ, ਬਾਕੀ ਸਾਰੇ ਜਿਹੜੇ ਡਰ ਨੇ ਉਹ ਘੇਰ ਲੈਂਦੇ ਆ ਉਹਨਾਂ ਨੂੰ। ਬਾਕੀ ਡਰਾਂ ਤੇ ਸਹਿਮਾਂ ਵਿੱਚ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬੀਤਦੀ ਹੈ। ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਈਆ। ਕਹਿੰਦੇ ਜਦੋਂ ਸਾਹਿਬ ਦੇ ਦਰਬਾਰ ਵਿੱਚ ਆ ਕੇ ਗਾਈਏ ਨਾ, ਪਰਮੇਸ਼ਰ ਦੇ ਗੀਤ ਗਾਈਏ, ਕੀਰਤਨ ਗਾਈਏ, ਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਕੀਰਤਨ ਗਾਉਣ ਨਾਲ, ਸਾਹਿਬ ਦੀ ਸਿਫਤ ਗਾਉਣ ਨਾਲ, ਨਾਨਕ ਇਹੋ ਪਟੰਤਰਾ। ਇੱਥੇ ਪਟੰਤਰਾ ਦਾ ਅਰਥ ਹੈ ਵਿਚਾਰ। ਜਿਹੜੀ ਉੱਪਰਲੀ ਪੰਕਤੀ 'ਚ ਵਿਚਾਰ ਦੱਸੀ ਹੈ ਨਾ, ਫਿਰ ਇਹ ਵਿਚਾਰ ਇੱਥੇ ਆ ਕੇ ਪ੍ਰਾਪਤ ਹੁੰਦੀ। ਜਦੋਂ ਤੱਕ ਸੰਗਤ ਵਿੱਚ ਆ ਕੇ ਕਥਾ ਨਹੀਂ ਸੁਣਨੀ, ਕੀਰਤਨ ਨਹੀਂ ਸੁਣਨਾ, ਤੇ ਕਿਵੇਂ ਪਤਾ ਲੱਗੇਗਾ ਕਿ ਅਸੀਂ ਸਤਿਗੁਰਾਂ ਦੀ ਬਾਣੀ ਦਾ ਭਾਉ ਰੱਖਣਾ, ਪਰਮੇਸ਼ਰ ਦਾ, ਗੁਰੂ ਦਾ ਭਾਉ ਰੱਖਣਾ। ਇਹ ਵਿਚਾਰ ਵੀ ਮਹਾਰਾਜ ਜੀ ਕਹਿੰਦੇ ਸੰਗਤ ਵਿੱਚੋਂ ਪ੍ਰਾਪਤ ਹੋਣੀ ਹੈ ਕਿ ਸਤਿਗੁਰਾਂ ਦੇ ਭਾਉ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕੀਤਿਆਂ ਡਰ ਖਤਮ ਹੋ ਜਾਂਦੇ ਨੇ। ਤੇ ਜੇ ਗੁਰੂ ਦੇ ਭਾਉ ਤੋਂ ਵਿਹੂਣੇ ਹੋ ਕੇ ਰਹੀਏ ਤੇ ਫਿਰ ਬਾਕੀ ਦੁਨੀਆ ਦੇ ਸਾਰੇ ਭਾਉ ਡਰ ਨੇ ਉਹ ਵਿਆਪਦੇ ਹਨ। ਮਹੱਲਾ ਦੂਜਾ। ਤੁਰਦੇ ਕੋ ਤੁਰਦਾ ਮਿਲੈ, ਉਡਤੇ ਕੋ ਉਡਤਾ। ਗੁਰੂ ਖਾਲਸਾ ਜੀ ਪੁੱਛਿਆ ਗੁਰੂ ਅੰਗਦ ਸਾਹਿਬ ਜੀ ਨੂੰ ਸਿੱਖਾਂ ਨੇ, ਮਹਾਰਾਜ ਜਦੋਂ ਕੋਈ ਬ੍ਰਹਮ ਗਿਆਨੀ ਸਰੀਰ ਤਿਆਗਦਾ ਹੈ ਤਾਂ ਉਹ ਬਾਅਦ ਵਿੱਚ ਕਿਸ ਅਵਸਥਾ ਨੂੰ ਪ੍ਰਾਪਤ ਹੁੰਦਾ? ਕੋਈ ਆਤਮ ਗਿਆਨੀ ਮਹਾਂਪੁਰਸ਼ ਬ੍ਰਹਮ ਗਿਆਨੀ ਸਰੀਰ ਤਿਆਗੇ ਤਾਂ ਉਹ ਕਿਸ ਅਵਸਥਾ ਨੂੰ ਪ੍ਰਾਪਤ ਹੁੰਦਾ? ਤਾਂ ਸਾਹਿਬ ਕਹਿੰਦੇ ਤੁਰਦੇ ਕੋ ਤੁਰਦਾ ਮਿਲੈ। ਤੁਰਨ ਵਾਲਾ ਕਿਹੜਾ ਹੁੰਦਾ? ਪਾਣੀ। ਪਾਣੀ ਤੁਰਦਾ ਨਾ, ਚੱਲਦਾ। ਉਹਦੇ ਸਰੀਰ ਦਾ ਜਿਹੜਾ ਪਾਣੀ ਤੱਤਵ ਹੁੰਦਾ ਉਹ ਪਾਣੀ ਵਿੱਚ ਜਲ 'ਚ ਮਿਲ ਜਾਂਦਾ। ਉਡਤੇ ਕੋ ਉਡਤਾ, ਉੱਡਦਾ ਕੌਣ ਹੈ? ਹਵਾ ਉੱਡਦੀ ਹੈ। ਉਹਦੇ ਸਰੀਰ ਦਾ ਜਿਹੜਾ ਪਵਨ ਤੱਤ ਹੈ ਉਹ ਪਵਨ 'ਚ, ਜਿਵੇਂ ਮਹਾਰਾਜ ਜੀ ਕਹਿੰਦੇ ਆ ਨਾ, ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ। ਏਦਾਂ ਹੀ ਉਹੀ ਅਰਥ ਨੇ ਇੱਥੇ ਕਿ ਤੁਰਦੇ ਹੋਏ ਜਲ ਨੂੰ ਜਲ ਤੱਤ ਮਿਲ ਗਿਆ, ਉੱਡਦੇ ਹੋਈ ਪਵਨ ਨੂੰ ਉਹਦੇ ਸਰੀਰ ਦੀ ਪਵਨ ਰੂਪੀ ਤੱਤ ਮਿਲ ਗਿਆ। ਹਾਂਜੀ। ਜੀਵਤੇ ਕੋ ਜੀਵਤਾ ਮਿਲੈ, ਮੂਏ ਕੋ ਮੂਆ। ਜੀਵਦੇ ਨੂੰ ਯਾਨੀ ਕਿ ਅਗਨੀ ਕਹਿੰਦੇ ਨੇ ਪ੍ਰਜਵਲਿਤ ਹੋਣੀ, ਪ੍ਰਜਵਲਿਤ ਤੋਂ ਬਣਿਆ ਜੀਵਤ। ਅੱਗ ਇਹ ਵੀ ਤੱਤ ਹੈ ਨਾ ਪੰਜਾਂ ਤੱਤਾਂ ਚੋਂ। ਅਗਨੀ ਤੱਤ ਵਿੱਚ ਉਹਦਾ ਅਗਨੀ ਤੱਤ ਮਿਲ ਜਾਂਦਾ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਹੁਣ ਧਰਤੀ ਜੜ ਹੈ ਪਈ ਹੋਈ ਨਾ ਇੱਕੋ ਜਗ੍ਹਾ ਤੇ, ਇਹਨੂੰ ਮੂਏ ਕਿਹਾ ਮਹਾਂਪੁਰਸ਼ਾਂ ਨੇ, ਗੁਰਬਾਣੀ ਵਿੱਚ ਸਤਿਗੁਰੂ ਕਹਿ ਰਹੇ ਨੇ। ਧਰਤੀ ਤੱਤ ਦੇ ਵਿੱਚ ਧਰਤੀ ਤੱਤ ਮਿਲ ਜਾਂਦਾ। ਇਸੇ ਤਰ੍ਹਾਂ ਪੰਜਵਾਂ ਆਕਾਸ਼ ਵਿੱਚ ਆਕਾਸ਼ ਮਿਲ ਜਾਂਦਾ। ਪੰਜੇ ਤੱਤ ਪੰਜਾਂ ਤੱਤਾਂ ਵਿੱਚ ਮਿਲ ਜਾਂਦੇ ਆ। तो फिर रोवन हारे की कवन टेक। ਇਹ ਹੁੰਦਾ ਬ੍ਰਹਮ ਗਿਆਨੀ ਦਾ ਅਵਸਥਾ ਕਿ ਉਹਦੇ ਜੋਤ ਮਹਾਜੋਤ ਪਰਮਾਤਮਾ ਵਿੱਚ, ਆਤਮਾ ਪਰਮਾਤਮਾ 'ਚ ਵਿਲੀਨ ਹੋ ਜਾਂਦੀ ਹੈ, ਆਵਾਗੁਣ ਤੋਂ ਮੁਕਤ ਹੋ ਜਾਂਦਾ। ਜਿਹੜੇ ਆਮ ਸਧਾਰਨ ਵਿਅਕਤੀ ਮਰਦੇ ਹੈ ਉਹ ਜੀਵਾਂ ਦੀ ਦਸ਼ਾ ਐਸੀ ਨਹੀਂ ਹੁੰਦੀ, ਉਹਨਾਂ ਦੇ ਤੱਤ ਤੱਤਾਂ ਵਿੱਚ ਨਹੀਂ ਮਿਲਦੇ। ਸਥੂਲ ਸਰੀਰ ਤਾਂ ਮਿੱਟੀ 'ਚ ਮਿਲ ਜਾਂਦਾ, ਪਰ ਜਿਹੜਾ ਸੂਖਮ ਤੱਤ ਸਰੀਰ ਆ 17 ਤੱਤਾਂ ਦਾ ਬਣਿਆ, ਉਹ ਜਿਉਂ ਦਾ ਤਿਉਂ ਰਹਿੰਦਾ। ਔਰ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਹ ਸਾਧਨਾ ਕਰਕੇ ਆਤਮ ਸਰੂਪ 'ਚ ਪਹੁੰਚ ਨਹੀਂ ਜਾਂਦਾ, ਬ੍ਰਹਮ ਗਿਆਨੀ ਨਹੀਂ ਹੋ ਜਾਂਦਾ। ਬ੍ਰਹਮ ਗਿਆਨ ਹੋਏ ਬਿਨਾਂ ਐਸੀ ਅਵਸਥਾ ਨਹੀਂ ਪ੍ਰਾਪਤ ਹੁੰਦੀ ਜੋ ਉੱਪਰ ਕਹੀ। ਮੈਂ ਸਾਹਿਬ ਦੀ ਇੱਕ ਸਾਖੀ ਤੁਹਾਨੂੰ ਸਰਵਣ ਕਰਾਵਾਂ, ਇਹ ਬਚਨ ਸਪਸ਼ਟ ਹੋਣਗੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬਟਾਲੇ ਪਹੁੰਚੇ, ਅਚਲ ਸਾਹਿਬ ਮੇਲਾ ਸੀ ਸ਼ਿਵਰਾਤਰੀ ਦਾ, ਤੇ ਬੜੇ ਸਿੱਧ ਆਏ ਨੇ।
सिद्ध कहन लगे जी सानू कोई करामात विखाओ। महाराज जी कहते तुसी विखाओ पहला। कहते जी असी छिपांगे लुकांगे ते तुसी साडी भाल करियो। महाराज कहते तां बच्चियां वालियां खेडां हो गईयां लुकण छिपण। चलो जे तुहाडा इत्थे ही मन भतीजिया ये कर लो। कोई किते जा लुकिया, कोई आकाश च जा लुकिया, कोई पहाड़ दी कंधरा च जा लुकिया। सतगुरां ने खड़ाम छड्डी, सारे जिथे जिथे सीगे इकट्ठे करके सद ले अपने को। महाराज जी कहते हुण असी लुकदे हां तुसी लभो बई। सतगुरां ने पंजे तत्त जेड़े पंजां तत्तां च अपने विलीन कर दिते। दे नाले ये भी कह गए भी जदों हार जाओ ना लभ सको ते जमीन ते 5 पैसे रख के मत्था टेक्यो, असी प्रगट हो जाएंगे। पंजां तत्तां च पंजे तत्त मिला दिते। हुण ज्यों लभण किथे लभण सतगुरु जी। सिद्ध भी बड़े करामाती अजमती से। अखीर नूं धर के 5 पैसे जमीन ते मत्था टेकिया ते सतगुरु जी ने दर्शन दिते। ये जन्म साखी का बचन है। पर जन्म साखी द्वारा ये बचन इत्थे सिद्ध हो जाते हैं कि ब्रह्म ज्ञानी की अवस्था हो जाती है शरीर त्यागण तो बाद। दूसरा अर्थ इदा भी महापुरुषों ने किया है कि पैदल तुरन वाले जीवां जनता नूं पैदल तुरदे बंदे मिलते हैं। आपां टुरे जाइए टुरदे ही मिलते हैं ना। उड़दे हुए पंछियां नूं पंछी मिलते हैं उड़दे। ते जीवदे होयां नूं जीवदे मिलते हैं आपां सारे। ते जदों मर गए, मरण तो बाद जे मुक्त नहीं होए ते पिसाच आदि भूतां प्रेतां दियां जोनियां च पए ते उन्हां मरियां नूं फिर भूत प्रेत ही आपस विच ही मिलदे आ। टोलियां दे टोले उन्हां दे भी फिरदे आ। ਇਹਦਾ मतलब है कि जिहो जिहा किसी का सुभाव बन जाए उन्होंने उदा का मिल जाता, लभ जाता बंदा। जैसा भी कोई है वो अपने वर्गा कोई ना कोई लभ ही लेंदा ना। जिद्दां दे असीं हाँ आपां कहने फलाना बंदा बिल्कुल मेरे सुभाव वाला है, ਉਹਦੇ ਨਾਲ ਐਨ पूरे ख्यालात मेरे मिलते जुलते है। चोरां नूं चोर मिल जाते हैं, ठग्गां नूं ठग मिल जाते हैं, साधां नूं साध मिलते हैं। हाँ जी। नानक सोसा लाहिया जिन कारण किया। हाँ पातशाह कहते गल तां इह है भी उस नूं सलाहीए जिसने सारे जगत का कारण कीता है, बनाया जगत नूं, जो सारे जगत का कारण है उहनूं सलाहीए, ओदियां सिफतां करिए, ओदियां वडियाइयां करिए। पौड़ी सच त्यायन से सच्चे गुर शब्द विचारी। पौड़ी महाराज तीसरे पातशाह धन गुरु अमरदास साहब जी उचारते ने, सच ध्यान से सच्चे, जेड़े सच नूं ध्याउंदे ने वो सच्चे ने। मैं मूँह नाल कही जावां जी मैं तां बड़ा सच्चा सुच्चा बंदा, खरा खोटा बंदा, आपां तां सच कहने आ। मूँह नाल जो मर्जी कही जावां भी मैं सच्चा, कहण नाल सच्चा नहीं हो जाना। जेड़ा सच नूं ध्याउंदा वो सच्चा है, जेड़ा सच नूं ध्यावे वही सच्चा है। केवल गल्लां बातां करन नाल सच, सब तो वड्डा झूठ दा ही बोलिया भी मैं कदे झूठ नहीं बोलदा। ਇਹਦੇ ਤੋਂ ਵੱਡਾ ਝੂਠ ਹੈ ਦੁਨੀਆ 'ਚ ਕੋਈ ਬੰਦਾ ਜਦੋਂ ਇਹ ਗੱਲ ਕਹਿੰਦਾ ਨਾ ਵੀ ਮੈਂ ਕਦੇ ਝੂਠ ਨਹੀਂ ਬੋਲਦਾ, ਉਹਨੂੰ ਸਟਾਮ ਦੇ ਉੱਤੇ ਲਿਖ ਕੇ ਦੇ ਦੇਣਾ ਚਾਹੀਦਾ ਵੀ ਤੇਰੇ ਵਰਗਾ ਦੁਨੀਆ 'ਚ ਝੂਠਾ ਬੰਦਾ ਕੋਈ ਨਹੀਂ, ਕਿਉਂਕਿ ਇਹ ਵੀ ਸਭ ਤੋਂ ਵੱਡਾ ਝੂਠ ਬੋਲ ਰਿਹਾ ਕਿ ਮੈਂ ਕਦੇ ਝੂਠ ਨਹੀਂ ਬੋਲਦਾ। कदे ऐसा होया कि तू कन तू मोबाइल लाया, पुछया किसी ने भी किथे है, तुरया होया किथे पहुंच गया फलानी थां ते उत्थे हुंदा नहीं।
ਹੋਵੇਗਾ 5, 10, 20 ਕਿਲੋਮੀਟਰ ਪਿੱਛੇ ਹੀ। ਸੱਚਾ ਉਹ ਹੈ ਜਿਹੜਾ ਸੱਚ ਨੂੰ ਧਿਆਉਂਦਾ ਹੈ, ਉਹਦੇ ਅੰਦਰ ਇਹੋ ਜਿਹਾ ਸੱਚ ਵਸ ਜਾਂਦਾ ਕਿ ਉਹਨੂੰ ਪਤਾ ਹੀ ਨਹੀਂ ਝੂਠ ਕੀ ਹੈ, ਬੋਲਣਾ ਕੀ ਹੈ, ਝੂਠ ਬੋਲਣਾ ਕਿਵੇਂ, ਉਹਨੂੰ ਉਹਦੀ ਬਿਸਮਰਤੀ ਹੋ ਜਾਂਦੀ ਹੈ। ਉਹ ਕਹਿੰਦਾ ਕਿਉਂ ਬੋਲੀਏ ਝੂਠ। ਜਿਹੜਾ ਸੱਚ ਨੂੰ ਧਿਆਉਂਦਾ ਹੈ ਉਹ ਸੱਚਾ ਹੈ, ਤੇ ਸੱਚ ਹਮੇਸ਼ਾ ਰਸਨਾ ਦੁਆਰਾ ਹੀ ਅੰਦਰ ਉਤਰੇਗਾ, ਸਹਿਜੇ ਸਹਿਜੇ। ਪਹਿਲਾਂ ਆਦਤ ਬਣਾਉਣੀ ਪੈਣੀ ਹੈ ਇਸ ਰਸਨਾ ਤੋਂ ਸੱਚ ਕਹਿਣ ਦੀ, ਸੱਚ ਬੋਲਣ ਦੀ, ਝੂਠ ਤਿਆਗਣ ਦੀ। ਬਾਲ ਗੰਗਾਧਰ ਤਿਲਕ ਨਾਮ ਦੇ ਇੱਕ ਵਿਦਵਾਨ ਪੁਰਸ਼ ਹੋਏ ਸਾਡੇ ਦੇਸ਼ ਦੇ। ਉਹਨਾਂ ਨੇ ਗੀਤਾ ਦੇ ਅਰਥ ਕੀਤੇ ਹੈ, ਬੜੇ ਸੋਹਣੇ ਬਚਨ ਲਿਖਦੇ। ਉਹ ਕਹਿੰਦੇ ਕਿਸ ਹੱਦ ਤੱਕ ਬੰਦੇ ਨੂੰ ਯਤਨ ਕਰਨਾ ਚਾਹੀਦਾ ਝੂਠ ਨਾ ਬੋਲੇ। ਉਹ ਕਹਿੰਦੇ ਕਿ ਤੁਸੀਂ ਬੈਠੇ ਹੋ ਇੱਕ ਜਗ੍ਹਾ ਤੇ, ਇੱਕ ਬੰਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰ ਕੇ ਗਿਆ, ਪਿੱਛੋਂ 5-4 ਬੰਦੇ ਤਲਵਾਰਾਂ ਲੈ ਕੇ ਉਹਨੂੰ ਮਾਰਨ ਲਈ ਆ ਰਹੇ ਨੇ। ਉਹ ਭੱਜ ਕੇ ਤੁਹਾਡੇ ਕੋਲੋਂ ਲੰਘਿਆ, ਉਹ 5-4 ਬੰਦੇ ਤੁਹਾਨੂੰ ਆ ਕੇ ਪੁੱਛਣ ਲੱਗ ਪੈਣ ਕਿ ਤੁਸੀਂ ਕੋਈ ਬੰਦਾ ਵੇਖਿਆ ਇਧਰੋਂ ਲੰਘਦਾ, ਤੇ ਤੁਸੀਂ ਕੀ ਕਹੋਗੇ? ਸੱਚ ਬੋਲੋਗੇ? ਉੱਥੇ ਤੁਸੀਂ ਸੱਚ ਬੋਲਿਆ, ਉਹਨਾਂ ਨੇ ਜਾ ਕੇ ਝੱਟ ਫੜ ਕੇ ਮਾਰ ਦੇਣਾ, ਉਹਨੂੰ ਕਤਲ ਕਰ ਦੇਣਾ। ਇਦਾਂ ਹੀ ਕਰੇਗਾ ਨਾ ਉਹ ਜਾ ਕੇ, ਤੇ ਫਿਰ ਉਹਦਾ ਦੋਸ਼ ਤੁਹਾਨੂੰ ਵੀ ਲੱਗਾ ਨਾ ਨਾਲ। ਕਹਿੰਦਾ ਫਿਰ ਕੀ ਕਰੋਗੇ ਤੁਸੀਂ? ਝੂਠ ਤੁਸੀਂ ਬੋਲਣਾ ਨਹੀਂ, ਸੱਚ ਕਹੋਗੇ ਤਾਂ ਉਹ ਬੰਦਾ ਮਾਰਿਆ ਜਾਏਗਾ। ਕਹਿੰਦੇ ਚੁੱਪ ਹੋ ਕੇ, ਮੌਨ ਹੋ ਕੇ ਬਹਿ ਜਾਓ, ਕੋਈ ਜਵਾਬ ਹੀ ਨਾ ਦਿਓ। ਚੁੱਪ ਹੋ ਕੇ, ਮੌਨ ਹੋ ਕੇ ਬਹਿ ਜਾਓ। ਉਹ ਪੁੱਛਣਗੇ 2-4 ਵਾਰੀ, ਵੇਖਣਗੇ ਵੀ ਜਾਪਦਾ, ਗੂੰਗਾ, ਬੋਲਦਾ ਨਹੀਂ, ਫਿਰ ਲੰਘ ਜਾਣਗੇ। ਮੰਨ ਲਓ ਉਹ ਹੁਣ ਤੁਹਾਡੇ ਸਿਰ ਤੇ ਤਾਣ ਨੂੰ ਆਖਣ ਵੀ ਬੋਲ, ਬੋਲਦਾ ਕਿਉਂ ਨਹੀਂ, ਜਿੱਦ ਕਰਨ। ਫਿਰ ਵੇਖੋ ਤੇ ਕਹਿੰਦੇ ਫਿਰ ਆਵਾ ਫਾਵਾ ਜਾ ਹੋ ਜਾਏ, ਡੋਰ ਭੋਰ ਜਾ ਹੋ ਜਾਏ, ਉਹਨਾਂ ਨੂੰ ਏਦਾਂ ਜਾਪੇ ਵੀ ਕੋਈ ਪਾਗਲ ਬੈਠਾ। ਪਰ ਝੂਠ ਨਾ ਬੋਲਿਓ ਤੇ ਨਾ ਹੀ ਆਪਣੀ ਜ਼ੁਬਾਨ ਤੋਂ ਕਹਿਓ ਵੀ ਫਲਾਣੀ ਥਾਂ ਤੇ ਗਿਆ। ਫਿਰ ਕਹਿੰਦਾ ਹੋਰ ਸੂਖਮ, ਕਹਿੰਦੇ ਜੇ ਹੁਣ ਉਹ ਤਲਵਾਰ ਤੁਹਾਡੀ ਧੌਣ ਤੇ ਹੀ ਰੱਖ ਲਿਆ ਵੀ ਦੱਸਣਾ ਕਿ ਹੁਣ ਤੇਰੀ ਵੱਡਾ ਧੌਣ, ਕਹਿੰਦਾ ਫਿਰ ਆਪ ਮਰਨ ਦੀ ਬਜਾਏ ਫਿਰ ਦੱਸ ਵੀ ਦੇਵੇ। ਇੰਨੀ ਹੱਦ ਇੱਥੋਂ ਤੱਕ ਲੰਘ ਜੇ, ਜਦੋਂ ਗੱਲ ਇੱਥੋਂ ਤੱਕ ਨੌਬਤ ਆ ਜੇ ਤੇ ਫਿਰ ਕਹਿ ਦੇਵੇ ਵੀ ਹਾਂ ਇੱਧਰ ਗਿਆ। ਹੋ ਸਕਦਾ ਇੰਨੇ ਕੁ ਟਾਈਮ ਦੇ ਵਿੱਚ ਉਹ ਬੰਦਾ ਉੱਥੋਂ ਭੱਜ ਜਾਏ, ਕਿਤੇ ਦੂਰ ਚਲਾ ਜੇ, ਲੁਕ ਜੇ ਤੇ ਉਹਨਾਂ ਦੇ ਹੱਥ ਨਾ ਆਵੇ। ਰਸਨਾ ਤੋਂ ਜਿਵੇਂ ਸਹਿਜੇ ਸਹਿਜੇ ਸੱਚ ਬੋਲਣ ਦਾ ਸੁਭਾਅ ਬਣਾਵਾਂਗੇ, ਝੂਠ ਦੇ ਪ੍ਰਤਿਆਗੀ ਹੋਵਾਂਗੇ ਤੇ ਹਿਰਦੇ 'ਚ ਸੱਚ ਉਤਰਦਾ ਹੈ। ਜਦੋਂ ਰਸਨਾ ਤੋਂ ਸੱਚ ਧਿਆਵਾਂਗੇ, ਪਾਤਸ਼ਾਹ ਕਹਿੰਦੇ ਆ ਜਿਹੜੇ ਸੱਚ ਨੂੰ ਧਿਆਉਂਦੇ ਨੇ ਉਹ ਸੱਚੇ ਹਨ। ਹਉਮੈ ਮਾਰ ਮਨ ਨਿਰਮਲਾ, ਹਰ ਨਾਮ ਉਰਤਾਰੀ। ਔਰ ਸੱਚ ਨੂੰ ਧਿਆਉਣ ਵਾਲੇ ਸੱਚੇ ਗੁਰ ਸ਼ਬਦ ਦੀ ਵਿਚਾਰ ਕਰਦੇ ਨੇ। ਹਉਮੈ ਨੂੰ ਮਾਰ ਕੇ ਆਪਣਾ ਮਨ ਨਿਰਮਲ ਕਰਕੇ ਆਪਣੇ ਹਿਰਦੇ 'ਚ ਹਰੀ ਦੇ ਨਾਮ ਨੂੰ ਵਸਾਉਂਦੇ ਹਨ। ਉੱਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ। ਉੱਠੇ ਮੰਡਪ ਮਾੜੀਆਂ ਨਾਲ, ਇਹ ਗਵਾਰੀ ਮਤਲਬ ਨਾ ਸਮਝ, ਗਵਾਰ ਬੰਦੇ, ਇਹਨਾਂ ਨਾਲ ਲੱਗ ਗਏ, ਇਹਨਾਂ ਨਾਲ ਮਮਤਾ ਪਾ ਲਈ, ਮੋਹ ਪਾ ਲਿਆ। ਜਿਨ ਕੀਏ ਤਿਸ ਹੈ ਨਾ ਜਾਣਨੀ, ਮਨ ਮੁਖ ਗੁਬਾਰੀ। ਜਿਸ ਵਾਹਿਗੁਰੂ ਨੇ ਕੀਤਾ ਉਹਨੂੰ ਜਾਣਿਆ ਹੀ ਨਹੀਂ। ਮਨ ਮੁਖ ਬੰਦੇ ਦੇ ਹਿਰਦੇ 'ਚ ਅੰਧਕਾਰ ਤੇ ਗੁਬਾਰ ਹੈ। ਜਿਸ ਬੁਝਾਹੇ ਸੋ ਬੁਝਸੀ ਸੱਚਿਆ, ਕਿਆ ਜੰਤ ਵਿਚਾਰੀ। ਏ ਸੱਚਿਆ, ਜਿਨ੍ਹਾਂ ਨੂੰ ਤੂੰ ਬੁਝਾਉਣਾ ਉਹ ਬੁਝਦੇ ਐ। ਜਿਸ ਬੁਝਾਏ ਸੋ ਬੁਝਸੀ ਸੱਚਿਆ,
ਇਹ ਸੱਚਿਆ ਜਿਨ੍ਹਾਂ ਨੂੰ ਤੂੰ ਬੁਝਾਉਣਾ ਉਹ ਬੁਝਦੇ ਨੇ। ਕਿਆ ਜੰਤ ਵਿਚਾਰੀ, ਨਹੀਂ ਤਾਂ ਇਹ ਵਿਚਾਰਾ ਜੰਤ ਕੀ ਹੈ, ਇਹਦੀ ਕੀ ਮਜਾਲ ਵੀ ਇਹ ਕੁਝ ਜਾਣ ਸਕੇ। ਜਿਨ੍ਹਾਂ ਨੂੰ ਤੂੰ ਜਣਾਉਣਾ ਉਹ ਜਾਣਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ 'ਚ ਵਸ ਜਾਵੇ। ਸਾਹਿਬ ਦੀ ਪਾਵਨ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। 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 ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।